ਕਦੇ ਸੋਚਿਆ ਕਿ ਕੋਈ ਭੇਟਾ ਰੱਬ ਨੂੰ ਮਨਜ਼ੂਰ ਕਿਉਂ ਹੁੰਦੀ ਹੈ? ਗੱਲ ਸਿਰਫ ਪੈਸੇ ਜਾਂ ਕਿਸੇ ਤੋਹਫੇ ਦੀ ਨਹੀਂ ਹੈ। ਤਾਂ ਅੱਜ ਆਪਾਂ ਇੱਕ ਪ੍ਰਚਾਰ ਦੇ ਆਧਾਰ ਤੇ ਉਹਨਾਂ 5 ਮੁੱਖ ਸਿਧਾਂਤਾਂ ਤੇ ਝਾਤ ਮਾਰਾਂਗੇ ਜਿਹੜੇ ਇਸ ਸਵਾਲ ਦਾ ਜਵਾਬ ਦਿੰਦੇ ਨੇ। ਠੀਕ ਹੈ, ਤਾਂ ਆਹ ਹੈ ਆਪਣਾ ਰੋਡ ਮੈਪ। ਆਪਾਂ ਇਹਨਾਂ ਸਾਰੇ ਨੁਕਤਿਆਂ ਤੇ ਇੱਕ-ਇੱਕ ਕਰਕੇ ਗੱਲ ਕਰਾਂਗੇ, ਜਿਵੇਂ ਮੇਲ ਮਿਲਾਪ, ਦਿਲ ਦੀ ਹਾਲਤ, ਤੋਹਫੇ ਦੀ ਕੁਆਲਿਟੀ, ਆਗਿਆਕਾਰੀ, ਇਹ ਸਭ ਕੁਝ ਕਿਵੇਂ ਆਪਸ ਵਿੱਚ ਜੁੜਿਆ ਹੋਇਆ ਹੈ। ਆਓ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾ ਸਿਧਾਂਤ, ਤੇ ਇਹ ਸੱਚੀ ਕਾਫੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਇਸ ਦਾ ਸਿੱਧਾ ਤੋਹਫੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਬਲਕਿ ਸਭ ਕੁਝ ਦੇਣ ਵਾਲੇ ਦੇ ਦੂਜਿਆਂ ਨਾਲ ਰਿਸ਼ਤਿਆਂ ਤੇ ਨਿਰਭਰ ਕਰਦਾ ਹੈ। ਯਿਸੂ ਦੀ ਇਹ ਗੱਲ ਦੇਖੋ ਕਿੰਨੀ ਕਮਾਲ ਦੀ ਹੈ। ਇਹ ਇਸ ਪੂਰੇ ਸੰਕਲਪ ਦੀ ਨੀਂਹ ਰੱਖਦੀ ਹੈ। ਇਹ ਸਿੱਧਾ ਦੱਸਦੀ ਹੈ ਕਿ ਰੱਬ ਨਾਲ ਰਿਸ਼ਤਾ ਤੇ ਦੂਜਿਆਂ ਨਾਲ ਰਿਸ਼ਤਾ, ਇਹ ਦੋਵੇਂ ਵੱਖਰੀਆਂ ਚੀਜ਼ਾਂ ਨਹੀਂ ਨੇ। ਇਹ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਨੇ। ਇਹ ਦੇਖੋ, ਇੱਕ ਬਿਲਕੁਲ ਸਾਫ਼-ਸੁਥਰੀ ਪ੍ਰਕਿਰਿਆ ਦੱਸੀ ਗਈ ਹੈ। 4 ਕਦਮ। ਸਭ ਤੋਂ ਪਹਿਲਾ, ਯਾਦ ਕਰੋ ਕਿ ਕਿਸੇ ਦੇ ਮਨ ਵਿੱਚ ਕੋਈ ਗੱਲ ਤਾਂ ਨਹੀਂ। ਦੂਜਾ, ਆਪਣੀ ਭੇਟ ਉੱਥੇ ਹੀ ਛੱਡ ਦਿਓ। ਤੀਜਾ, ਜਾਓ ਅਤੇ ਉਸ ਟੁੱਟੇ ਹੋਏ ਰਿਸ਼ਤੇ ਨੂੰ ਠੀਕ ਕਰੋ। ਅਤੇ ਚੌਥਾ, ਫਿਰ ਵਾਪਸ ਆ ਕੇ ਆਪਣੀ ਭੇਟ ਚੜਾਓ। ਮਤਲਬ ਕਿ ਲੋਕਾਂ ਨਾਲ ਰਿਸ਼ਤੇ ਸੁਧਾਰਨਾ ਪਹਿਲੀ ਤਰਜੀਹ ਹੈ। ਅੱਛਾ, ਮੰਨ ਲਓ ਰਿਸ਼ਤੇ ਸੁਲਝ ਗਏ ਨੇ, ਤਾਂ ਫਿਰ ਅਗਲਾ ਕਦਮ ਕੀ ਹੈ? ਹੁਣ ਗੱਲ ਆਉਂਦੀ ਹੈ ਦਿਲ ਦੀ। ਦੇਖੋ, ਇਸ ਨੂੰ ਸਮਝਾਉਣ ਲਈ ਕੇਨ ਅਤੇ ਹਾਬਲ ਦੀ ਬਹੁਤ ਪੁਰਾਣੀ ਕਹਾਣੀ ਦਾ ਜ਼ਿਕਰ ਆਉਂਦਾ ਹੈ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਦੇਣ ਵਾਲੇ ਦੇ ਦਿਲ ਦੀ ਹਾਲਤ ਅਸਲ ਵਿੱਚ ਕੀ ਮਾਇਨੇ ਰੱਖਦੀ ਹੈ। ਇਹ ਦੇਖੋ, ਫਰਕ ਬਿਲਕੁਲ ਸਾਹਮਣੇ ਹੈ। ਭੇਟਾਂ ਤਾਂ ਦੋਵੇਂ ਲੈ ਕੇ ਆਏ ਸਨ, ਹੈ ਨਾ? ਪਰ ਮਨਜ਼ੂਰ ਸਿਰਫ ਇੱਕ ਦੀ ਹੋਈ। ਸਵਾਲ ਉੱਠਦਾ ਹੈ, ਕਿਉਂ? ਜਵਾਬ ਇਹ ਹੈ ਕਿ ਰੱਬ ਨੇ ਤੋਹਫੇ ਤੋਂ ਪਹਿਲਾਂ ਦੇਣ ਵਾਲੇ ਦੇ ਦਿਲ ਵੱਲ ਦੇਖਿਆ। ਹਾਬਲ ਦਾ ਦਿਲ ਚੰਗਾ ਸੀ ਤਾਂ ਉਸ ਦੀ ਭੇਟ ਵੀ ਚੰਗੀ ਮੰਨੀ ਗਈ, ਪਰ ਕੇਨ ਦੇ ਦਿਲ ਵਿੱਚ ਤਾਂ ਨਫ਼ਰਤ ਸੀ ਤੇ ਉਸ ਨਫ਼ਰਤ ਨੇ ਉਸ ਦੀ ਭੇਟ ਨੂੰ ਰੱਦ ਕਰਵਾ ਦਿੱਤਾ। ਇਸ ਪ੍ਰਚਾਰ ਦੇ ਮੁਤਾਬਿਕ ਪਾਪ, ਜਿਵੇਂ ਕਿ ਨਫ਼ਰਤ, ਉਹ ਚੀਜ਼ ਹੈ ਜੋ ਦਰਵਾਜ਼ੇ ਤੇ ਲੁਕੀ ਰਹਿੰਦੀ ਹੈ ਜਦੋਂ ਦਿਲ ਦੀ ਹਾਲਤ ਠੀਕ ਨਾ ਹੋਵੇ। ਤੇ ਇਹੀ ਚੀਜ਼, ਇਹੀ ਨਫ਼ਰਤ ਜਾਂ ਈਰਖਾ ਦੇਣ ਵਾਲੇ ਤੇ ਰੱਬ ਦੇ ਵਿੱਚ ਇੱਕ ਕੰਧ ਬਣ ਜਾਂਦੀ ਹੈ। ਚਲੋ, ਦਿਲ ਵੀ ਠੀਕ ਹੈ, ਰਿਸ਼ਤੇ ਵੀ ਠੀਕ ਨੇ। ਹੁਣ ਗੱਲ ਆਂਦੀ ਹੈ ਖੁਦ ਤੋਹਫੇ ਦੀ। ਤਾਂ ਅਗਲਾ ਸਿਧਾਂਤ ਇਸੇ ਤੇ ਹੈ ਕਿ ਜੋ ਚੀਜ਼ ਦਿੱਤੀ ਜਾ ਰਹੀ ਹੈ ਉਸ ਦੀ ਆਪਣੀ ਕੁਆਲਿਟੀ ਕਿਹੋ ਜਿਹੀ ਹੈ। ਪਹਿਲੀ ਗੱਲ, ਜੋ ਵੀ ਦੇਣਾ ਹੈ ਉਹ ਸਭ ਤੋਂ ਵਧੀਆ ਹੋਣਾ ਚਾਹੀਦਾ ਹੈ। ਮਤਲਬ ਸਿਰਫ ਕੁਝ ਦੇਣਾ ਹੀ ਕਾਫੀ ਨਹੀਂ, ਬਲਕਿ ਆਪਣੀ ਸਭ ਤੋਂ ਵਧੀਆ ਚੀਜ਼ ਦੇਣੀ ਹੈ। ਯਾਦ ਹੈ ਨਾ, ਹਾਬਲ ਦੀ ਭੇਟ ਨੂੰ ਬਿਹਤਰ ਕਿਹਾ ਗਿਆ ਸੀ। ਉਹ ਇਸ ਲਈ ਕਿਉਂਕਿ ਉਹ ਆਪਣੇ ਇੱਜੜ ਵਿੱਚੋਂ ਸਭ ਤੋਂ ਵਧੀਆ ਤੇ ਪਹਿਲੋਠੇ ਜਾਨਵਰ ਲੈ ਕੇ ਆਇਆ ਸੀ। ਇਹ ਉਸਦੇ ਸਤਿਕਾਰ ਨੂੰ ਦਰਸਾਉਂਦਾ ਸੀ। ਤੇ ਦੂਜੀ ਕੁਆਲਿਟੀ ਇਹ ਕਿ ਤੋਹਫਾ ਬਿਲਕੁਲ ਨਿਰਦੋਸ਼ ਹੋਣਾ ਚਾਹੀਦਾ ਹੈ, ਯਾਨੀ ਬਿਨਾਂ ਕਿਸੇ ਨੁਕਸ ਤੋਂ, ਬਿਨਾਂ ਕਿਸੇ ਕਮੀ ਤੋਂ। ਪੁਰਾਣੇ ਨੇਮ ਵਿੱਚ ਲੇਵੀਆਂ ਤੇ ਮਲਾਕੀ ਦੀਆਂ ਕਿਤਾਬਾਂ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਕੋਈ ਅੰਨਾ, ਲੰਗੜਾ ਜਾਂ ਬਿਮਾਰ ਜਾਨਵਰ ਭੇਟ ਨਹੀਂ ਕਰਨਾ। ਇਸ ਗੱਲ ਨੂੰ ਸਮਝਣ ਲਈ ਨਾ ਇੱਕ ਬਹੁਤ ਹੀ ਜ਼ਬਰਦਸਤ ਸਵਾਲ ਪੁੱਛਿਆ ਗਿਆ। ਸੋਚ ਕੇ ਦੇਖੋ ਕਿ ਕੋਈ ਕਿਸੇ ਵੱਡੇ ਲੀਡਰ ਜਾਂ ਅਫਸਰ ਨੂੰ ਕੋਈ ਫਟੀ ਹੋਈ ਕਮੀਜ਼ ਜਾਂ ਕੋਈ ਟੁੱਟੀ-ਭੱਜੀ ਚੀਜ਼ ਤੋਹਫੇ ਵਿੱਚ ਦੇ ਸਕਦਾ ਹੈ? ਬਿਲਕੁਲ ਨਹੀਂ। ਤਾਂ ਫੇਰ ਜੇ ਇੱਕ ਇਨਸਾਨ ਲਈ ਅਜਿਹਾ ਤੋਹਫਾ ਠੀਕ ਨਹੀਂ, ਤਾਂ ਰੱਬ ਲਈ ਕਿਵੇਂ ਸਹੀ ਹੋ ਸਕਦਾ ਹੈ? ਅੱਛਾ, ਹੁਣ ਅੱਗੇ ਵਧਦੇ ਹਾਂ। ਅਗਲਾ ਸਿਧਾਂਤ ਇੱਕ ਤਰ੍ਹਾਂ ਨਾਲ ਤਰਜੀਹ ਦੀ ਗੱਲ ਕਰਦਾ ਹੈ। ਇਹ ਦੱਸਦਾ ਹੈ ਕਿ ਭੇਟ ਦੇਣ ਤੋਂ ਵੀ ਪਹਿਲਾਂ ਇੱਕ ਚੀਜ਼ ਆਉਂਦੀ ਹੈ, ਤੇ ਉਹ ਹੈ ਆਗਿਆਕਾਰੀ। ਇਹ ਇੱਕ ਲਾਈਨ, ਆਗਿਆ ਮੰਨਣਾ ਬਲੀਦਾਨ ਨਾਲੋਂ ਬਿਹਤਰ ਹੈ, ਸਾਰੀ ਗੱਲ ਸਾਫ਼ ਕਰ ਦਿੰਦੀ ਹੈ। ਮਤਲਬ ਕਿ ਰੱਬ ਦੇ ਲਈ ਕੀਮਤੀ ਤੋਹਫੇ ਜਾਂ ਵੱਡੇ ਬਲੀਦਾਨਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਉਸਦੇ ਹੁਕਮਾਂ ਨੂੰ ਮੰਨਣਾ। ਆਗਿਆਕਾਰੀ ਪਹਿਲਾਂ ਹੁੰਦੀ ਹੈ। ਇਸ ਨੂੰ ਸਮਝਣ ਲਈ 2 ਪੁੱਤਰਾਂ ਵਾਲੀ ਕਹਾਣੀ ਬਿਲਕੁਲ ਸਹੀ ਹੈ। ਯਾਦ ਹੈ ਨਾ, ਇੱਕ ਪੁੱਤਰ ਆਪਣੇ ਪਿਤਾ ਨੂੰ ਕਹਿੰਦਾ, ਹਾਂ ਮੈਂ ਜਾਣਦਾ ਹਾਂ, ਪਰ ਜਾਂਦਾ ਨਹੀਂ। ਦੂਜਾ ਪਹਿਲਾਂ ਤਾਂ ਨਾ ਕਰ ਦਿੰਦਾ, ਪਰ ਬਾਅਦ ਵਿੱਚ ਪਛਤਾ ਕੇ ਕੰਮ ਕਰਨ ਚਲਾ ਜਾਂਦਾ ਹੈ। ਤਾਂ ਕੌਣ ਹੋਇਆ ਆਗਿਆਕਾਰੀ? ਉਹ ਜਿਸਨੇ ਅਖੀਰ ਵਿੱਚ ਕੰਮ ਕੀਤਾ। ਗੱਲ ਸਿਰਫ ਕਹਿਣ ਦੀ ਨਹੀਂ, ਕਰਨ ਦੀ ਹੈ। ਚਲੋ, ਹੁਣ ਆਉਂਦੇ ਹਾਂ ਚੌਥੇ ਸਿਧਾਂਤ ਤੇ। ਪਹਿਲੇ ਦਾ ਸਿਧਾਂਤ ਇਹ ਗੱਲ ਕਰਦਾ ਹੈ ਟਾਈਮਿੰਗ ਅਤੇ ਤਰਜੀਹ ਦੀ। ਮਤਲਬ ਇਹ ਨਹੀਂ ਕਿ ਜੋ ਕੁਝ ਬਚ ਗਿਆ ਉਹ ਦੇ ਦਿੱਤਾ, ਨਹੀਂ, ਬਲਕਿ ਜੋ ਸਭ ਤੋਂ ਪਹਿਲਾਂ ਆਇਆ ਉਸ ਵਿੱਚੋਂ ਦੇਣਾ। ਤਾਂ ਫਿਰ ਪਹਿਲਾਂ ਕੀ ਆਉਂਦਾ ਹੈ? ਦੇਖੋ, ਬਾਈਬਲ ਵਿੱਚ ਕਈ ਉਦਾਹਰਨਾਂ ਨੇ, ਜਿਵੇਂ ਸਾਰੀਆਂ ਫਸਲਾਂ ਦਾ ਪਹਿਲਾ ਫਲ, ਆਟੇ ਦਾ ਪਹਿਲਾ ਹਿੱਸਾ, ਪਸ਼ੂਆਂ ਦੇ ਪਹਿਲੌਠੇ ਬੱਚੇ, ਇੱਥੋਂ ਤੱਕ ਕਿ ਆਪਣੀ ਕਮਾਈ ਦਾ ਪਹਿਲਾ ਹਿੱਸਾ। ਇਹ ਸਾਰੀਆਂ ਚੀਜ਼ਾਂ ਇੱਕੋ ਪੈਟਰਨ ਵੱਲ ਇਸ਼ਾਰਾ ਕਰਦੀਆਂ ਨੇ ਕਿ ਜੋ ਪਹਿਲਾ ਹੈ ਅਤੇ ਜੋ ਸਭ ਤੋਂ ਵਧੀਆ ਹੈ ਉਹ ਰੱਬ ਨੂੰ ਦਿੱਤਾ ਜਾਂਦਾ ਹੈ। ਤਾਂ ਇਸ ਦਾ ਮਤਲਬ ਕੀ ਹੋਇਆ? ਮਤਲਬ ਇਹ ਹੈ ਕਿ ਇਹ ਸਿਰਫ ਕੋਈ ਨਿਯਮ ਨਹੀਂ, ਇਹ ਇੱਕ ਮਾਨਸਿਕਤਾ ਹੈ, ਇੱਕ ਐਟੀਟਿਊਡ ਹੈ।
ਪਹਿਲਾਂ ਦੇਣ ਦਾ ਮਤਲਬ ਹੈ ਸਨਮਾਨ ਦੇਣਾ, ਭਰੋਸਾ ਦਿਖਾਣਾ। ਇਹ ਕੋਈ ਫਰਜ਼ ਨਹੀਂ ਜਿਹੜਾ ਬੱਚੇ-ਖੁਚੇ ਨਾਲ ਪੂਰਾ ਕੀਤਾ ਜਾਵੇ। ਅਤੇ ਆਖਿਰ ਵਿੱਚ ਪੰਜਵਾਂ ਸਿਧਾਂਤ, ਇੱਕ ਸਵਾਲ ਹਮੇਸ਼ਾ ਮਨ ਵਿੱਚ ਆਉਂਦਾ ਹੈ ਕਿ ਇਹ ਸਾਰੀਆਂ ਭੇਟਾਂ ਜਾਂਦੀਆਂ ਕਿੱਥੇ ਨੇ? ਤਾਂ ਇਸ ਦਾ ਇੱਕ ਬਹੁਤ ਹੀ ਪ੍ਰੈਕਟੀਕਲ, ਇੱਕ ਸਮਾਜਿਕ ਮਕਸਦ ਹੈ। ਦੇਖੋ, ਇਸ ਨੂੰ ਪੁਰਾਣੇ ਤੇ ਨਵੇਂ ਨੇਮ ਦੋਵਾਂ ਨਾਲ ਜੋੜਿਆ ਗਿਆ ਹੈ। ਪੁਰਾਣੇ ਨੇਮ ਵਿੱਚ ਲੇਵੀ ਸਨ, ਜਾਜਕ ਕਬੀਲਾ, ਜਿਨ੍ਹਾਂ ਨੂੰ ਜ਼ਮੀਨ ਨਹੀਂ ਮਿਲੀ ਸੀ ਕਿਉਂਕਿ ਉਹ ਸੇਵਾ ਲਈ ਵੱਖ ਕੀਤੇ ਗਏ ਸਨ। ਲੋਕਾਂ ਦੀਆਂ ਭੇਟਾਂ ਨਾਲ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ। ਇਸੇ ਤਰ੍ਹਾਂ ਨਵੇਂ ਨੇਮ ਵਿੱਚ ਵੀ ਇਹੀ ਸਿਧਾਂਤ ਹੈ ਕਿ ਜਿਹੜੇ ਲੋਕ ਪੂਰਾ ਸਮਾਂ ਸੇਵਾ ਕਰਦੇ ਨੇ, ਉਹਨਾਂ ਦੀ ਸਹਾਇਤਾ ਭਾਈਚਾਰੇ ਦੀ ਜ਼ਿੰਮੇਵਾਰੀ ਹੈ। ਅੱਜ ਦੇ ਸਮੇਂ ਵਿੱਚ ਇਸ ਦਾ ਕੀ ਮਤਲਬ ਹੈ? ਬਿਲਕੁਲ ਉਹੀ ਕਿ ਭਲਾਈ ਕਰੋ ਅਤੇ ਦੂਜਿਆਂ ਨਾਲ ਵੰਡੋ। ਜਿਹੜੇ ਲੋਕ ਸੇਵਾਕਾਈ ਵਿੱਚ ਹਨ, ਉਹਨਾਂ ਦੀ ਮਦਦ ਕਰੋ ਅਤੇ ਦੇਣ ਵਿੱਚ ਹਮੇਸ਼ਾ ਦਿਲ ਖੋਲ੍ਹ ਕੇ ਦਿਓ। ਉਦਾਰ ਬਣੋ। ਇਬਰਾਨੀਆਂ ਤੇ ਕੁਰਿੰਥੀਆਂ ਦੀਆਂ ਕਿਤਾਬਾਂ ਵਿੱਚ ਇਸ ਬਾਰੇ ਬਹੁਤ ਜ਼ੋਰ ਦਿੱਤਾ ਗਿਆ ਹੈ। ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਨੇ ਉਹ 5 ਸ਼ਰਤਾਂ। ਪਹਿਲਾ, ਮੇਲ ਮਿਲਾਪ। ਫਿਰ ਇੱਕ ਸ਼ੁੱਧ ਦਿਲ। ਤੀਜਾ, ਵਧੀਆ ਕੁਆਲਿਟੀ ਦਾ ਤੋਹਫਾ। ਚੌਥਾ, ਆਗਿਆਕਾਰੀ। ਅਤੇ ਪੰਜਵਾਂ, ਤਰਜੀਹ। ਇਹ 5 ਚੀਜ਼ਾਂ ਮਿਲ ਕੇ ਇੱਕ ਸਵੀਕਾਰਯੋਗ ਭੇਟ ਦੀ ਨੀਂਹ ਰੱਖਦੀਆਂ ਨੇ। ਅਤੇ ਇਹ ਗੱਲ ਸਾਨੂੰ ਇੱਕ ਆਖਰੀ ਪਰ ਬਹੁਤ ਡੂੰਘੇ ਸਵਾਲ ਤੇ ਛੱਡ ਜਾਂਦੀ ਹੈ। ਜੇ ਭੇਟ ਦੇਣ ਵਾਲੇ ਦੇ ਦਿਲ ਦਾ ਸ਼ੀਸ਼ਾ ਹੈ, ਤਾਂ ਇਹ ਅਸਲ ਵਿੱਚ ਕੀ ਦਿਖਾ ਰਹੀ ਹੈ? ਇਸ ਦਾ ਮਤਲਬ ਹੈ ਕਿ ਇੱਕ ਭੇਟ ਸਿਰਫ ਪੈਸਾ ਜਾਂ ਕੋਈ ਵਸਤੂ ਨਹੀਂ ਹੈ। ਇਹ ਤਾਂ ਦੇਣ ਵਾਲੇ ਦੇ ਰਿਸ਼ਤਿਆਂ, ਉਸ ਦੀਆਂ ਤਰਜੀਹਾਂ ਅਤੇ ਉਸ ਦੇ ਦਿਲ ਦੀ ਅਸਲ ਹਾਲਤ ਨੂੰ ਬਿਆਨ ਕਰਦੀ ਹੈ।